ਤੁਸਾਂ ਯੂਕੇ ਦਾ ਵੀਜ਼ਾ ਆਨਲਾਈਨ ਅਪਲਾਈ ਕਿੰਨੀ ਦਫਾ ਕੀਤਾ ਹੈ? ਮੈਂ ਪਹਿਲੀ ਦਫਾ ਅਪਲਾਈ ਕੀਤਾ ਸੀ ਤੇ 6 ਮਹੀਨੇ ਦਾ ਉਹਨਾਂ ਦਿੱਤਾ ਸੀ। ਠੀਕ ਹੈ। ਫਿਰ ਮੈਂ ਉਹਦੇ ਵਿੱਚ 6 ਮਹੀਨਿਆਂ 'ਚ 2 ਵਾਰੀ ਵਿਜ਼ਿਟ ਕੀਤਾ ਯੂਕੇ ਦਾ। ਫਿਰ ਜਿਸ ਟਾਈਮ ਉਹ ਖ਼ਤਮ ਹੋਇਆ ਤੇ ਫਿਰ ਮੈਂ ਅਪਲਾਈ ਕੀਤਾ ਸੀ। ਫਿਰ ਉਹਨਾਂ 2 ਸਾਲ ਦਾ ਜਿਹੜਾ ਨਾ ਅਪਲਾਈ ਕੀਤਾ ਸੀ ਤੇ ਉਹ 2 ਸਾਲ ਦੇ ਅਪਲਾਈ ਦੇ ਵਿੱਚ ਮੈਂ ਕੈਨੇਡਾ ਦਾ ਵੀ ਜਿਹੜਾ ਨਾ ਅਪਲਾਈ ਕਰ ਦਿੱਤਾ ਸੀ। ਠੀਕ ਹੈ। ਤੇ ਉਹ ਅੱਲਾ ਦਾ ਸ਼ੁਕਰ ਹੈ ਕਿ ਉਹਨਾਂ ਕੈਨੇਡਾ ਵਾਲਿਆਂ ਵੀ ਦੇ ਦਿੱਤਾ ਸੀ। ਫਿਰ ਮੈਂ ਕੈਨੇਡਾ ਦਾ ਵੀ ਜਿਹੜਾ ਨਾ ਉਹ ਵਿਜ਼ਿਟ ਕੀਤਾ ਇੱਕ। ਤੇ ਕੈਨੇਡਾ ਦਾ ਪਹਿਲੀ ਦਫਾ ਜਦੋਂ ਵੀਜ਼ਾ ਮਿਲਿਆ ਜੋ ਕਿੰਨੀ ਦੇਰ ਦਾ ਲੱਗਾ? ਉਹ ਜਿੰਨਾ ਤੁਹਾਡਾ ਪਾਸਪੋਰਟ ਹੋਵੇ ਉਹ ਉਨਾ ਹੀ ਦਿੰਦੇ ਨੇ। ਮੇਰਾ ਪਾਸਪੋਰਟ ਤਕਰੀਬਨ 2.5 ਸਾਲ ਦਾ ਸੀ ਤੇ ਉਹਨਾਂ ਨੂੰ 2.5 ਸਾਲ ਦਾ ਵੀਜ਼ਾ ਮੈਨੂੰ ਦਿੱਤਾ ਸੀ ਕੈਨੇਡਾ ਵਾਲਿਆਂ ਕੈਨੇਡਾ ਵਾਲਿਆਂ। ਤੇ ਕੈਨੇਡਾ ਦੇ ਕੋਈ ਖਾਸੀ ਉਹਨਾਂ ਦੀ ਪੇਪਰ ਵਰਕਿੰਗ ਹੈ, ਯਾਨੀ ਕਿ ਸਿਰਫ ਸਿੰਪਲ ਹੀ ਪੇਪਰ ਨੇ ਔਰ ਵੀਜ਼ਾ ਈਜ਼ੀਲੀ ਮਿਲ ਜਾਂਦਾ? ਜੀ ਸਿੰਪਲ ਹੀ ਨੇ, ਕੋਈ ਐਡਾ ਮੁਸ਼ਕਲ ਨਹੀਂ ਹੈ, ਲੇਕਿਨ ਪੇਪਰ ਜਿਹੜੇ ਨਾ ਤੁਹਾਡੇ ਸਹੀ ਓਰੀਜਨਲ ਹੋਣੇ ਚਾਹੀਦੇ ਨੇ, ਵਿੱਚ ਕੋਈ ਫੇਕ ਪੇਪਰ ਨਹੀਂ ਲਾਣਾ ਚਾਹੀਦਾ। ਤੇ ਸਭ ਤੋਂ ਜ਼ਰੂਰੀ ਜਿਹੜੇ ਡਾਕੂਮੈਂਟਸ ਨੇ, ਅਗਰ ਯੂਨਾਨ ਤੋਂ ਕੋਈ ਪਾਕਿਸਤਾਨੀ ਜਾਂ ਕੋਈ ਦੂਸਰੀ ਕੰਟਰੀ ਦਾ ਬੰਦਾ ਜਿਹੜਾ ਕੋਈ ਵੀਡੀਓ ਵੇਖ ਰਹੇ ਨੇ, ਉਹ ਕਿਹੜੇ ਡਾਕੂਮੈਂਟਸ ਬਹੁਤ ਜ਼ਰੂਰੀ ਨੇ ਕਿ ਜਿਹੜੇ ਲਾਜ਼ਮ ਹੋਣ ਤੇ ਫਿਰ ਤੁਸੀਂ ਯੂਕੇ ਜਾਂ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ? ਸਾਰਿਆਂ ਨਾਲੋਂ ਇੰਪੋਰਟੈਂਟ ਜਿਹੜੇ ਨੇ ਨਾ ਉਹ ਬੈਂਕ ਸਟੇਟਮੈਂਟ ਤੇ ਮਾਲਕ ਦਾ ਲੈਟਰ। ਠੀਕ ਹੈ। ਬਾਕੀ ਜਿਹੜੇ ਨੂੰ ਉਹ ਸਪੋਰਟਸ ਡਾਕੂਮੈਂਟ 'ਚ ਹੀ ਆਉਂਦੇ ਨੇ, ਉਹਨਾਂ ਦੀ ਇੰਨੀ ਕੋਈ ਨਹੀਂ। ਜਿਹੜੇ ਨਾ ਬੈਂਕ ਸਟੇਟਮੈਂਟ ਨਾ ਵੇਖਣੀ ਹੁੰਦੀ ਹੈ। ਜਿਹੜੇ ਕੈਨੇਡਾ ਵਾਲੇ ਨੇ ਉਹ ਤੁਹਾਡੇ ਕੋਲੋਂ ਦਿਲੋਂ ਸੀ ਜਿਹੜੀਆਂ ਨਾ 3 ਸਾਲ ਦੀਆਂ ਪਿਛਲੀਆਂ ਉਹ ਵੀ ਮੰਗਦੇ ਨੇ। ਮੰਗ ਲੈਂਦੇ ਨੇ। ਅੱਛਾ, ਹੁਣ ਤੁਹਾਡਾ ਕਿੰਨੇ ਸਾਲ ਦਾ ਵੀਜ਼ਾ ਲੱਗਾ ਯਾਨੀ ਕੈਨੇਡਾ ਦਾ? ਕੈਨੇਡਾ ਦਾ ਵੀ 10 ਸਾਲ ਦਾ ਲੱਗਾ ਹੈ ਤੇ ਯੂਕੇ ਦਾ ਵੀ 10 ਸਾਲ ਦਾ ਲੱਗ ਗਿਆ। ਜੀ ਇਹ ਸਾਡੇ ਪਾਕਿਸਤਾਨੀ ਭਾਈ ਨੇ ਜ਼ਮਾਨ ਭੱਟ ਸਾਹਿਬ, ਔਰ ਇਹ ਆਪਣੀ ਜ਼ੁਬਾਨੀ ਤੁਹਾਨੂੰ ਦੱਸ ਰਹੇ ਨੇ ਕਿ ਇਹਨਾਂ ਦਾ ਮਾਸ਼ਾਅੱਲਾ 10 ਸਾਲ ਦਾ ਯੂਕੇ ਦਾ ਵੀਜ਼ਾ ਲੱਗ ਚੁੱਕਾ ਔਰ 10 ਸਾਲ ਦਾ ਹੀ ਕੈਨੇਡਾ ਦਾ। ਅਸਲ 'ਚ ਇਹਨਾਂ ਦਾ ਇੰਟਰਵਿਊ ਕਰਨ ਦਾ ਮੇਰਾ ਮਤਲਬ ਇਹ ਸੀ ਕਿ ਜਿਹੜੇ ਦੂਸਰੇ ਸਾਡੇ ਪਾਕਿਸਤਾਨੀ ਨੇ, ਬੰਗਾਲੀ, ਇੰਡੀਅਨ ਜਾਂ ਨੇਪਾਲ ਤੋਂ ਬਿਲੋਂਗ ਕਰਦੇ ਨੇ, ਜਿਹੜੇ ਸਾਡੀ ਜ਼ੁਬਾਨ ਸਮਝਦੇ ਨੇ, ਅੰਡਰਸਟੈਂਡ ਕਰਦੇ ਨੇ, ਉਹਨਾਂ ਨੂੰ ਵੀ ਅਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰੀਏ ਤਾਂ ਕਿ ਐਡਾ ਵੀ ਕੋਈ ਮੁਸ਼ਕਲ ਕੰਮ ਨਹੀਂ ਹੈ। ਤੇ ਬਾਕੀ ਮਜ਼ੀਦ ਇਹਨਾਂ ਨੂੰ ਭੱਟ ਸਾਹਿਬ ਨੂੰ ਪੁੱਛਣਾ ਕਿ ਮਜ਼ੀਦ ਕਿਹੜੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਅੱਛਾ, ਤੇ ਜਦੋਂ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਪਹਿਲੀ ਦਫਾ, ਤੇ ਇਹਦੇ ਵਾਸਤੇ ਅੱਛੀ ਖਾਸੀ ਡਿਮਾਂਡ ਲੱਗੀ ਜਾਂ ਤੁਸੀਂ ਕੋਈ ਬੰਦਾ ਹਾਇਰ ਕੀਤਾ ਜਾਂ ਬਜ਼ਾਤੇ ਖੁਦ ਹੀ ਤੁਸੀਂ ਅਪਲਾਈ ਕਰ ਲਿਆ? ਨਹੀਂ ਬਜ਼ਾਤੇ ਖੁਦ ਹੀ ਮੈਂ ਕੀਤਾ ਹੈ। ਯੂਕੇ ਦਾ ਵੀ ਬਜ਼ਾਤੇ ਖੁਦ ਕੀਤਾ ਸੀ ਤੇ ਕੈਨੇਡਾ ਦਾ ਵੀ ਬਜ਼ਾਤੇ ਖੁਦ ਹੀ ਕੀਤਾ ਸੀ। ਉਹ ਉਸ ਤੋਂ ਇਹ ਨਹੀਂ ਕਿ ਇੱਕ ਦਿਨ 'ਚ ਮੈਂ ਕਰ ਲਿਆ ਸੀ। ਉਹਨੂੰ ਰੋਜ਼ ਖੋਲ੍ਹੀਦਾ ਸੀ, ਚੈੱਕ ਕਰੀਦਾ ਸੀ ਕੀ ਪੇ ਮੰਗਦੇ ਨੇ, ਕੀ ਵਿੱਚ ਦੇਣਾ ਹੈ। ਉਹ ਇਸ ਤਰ੍ਹਾਂ ਕਰਦਿਆਂ ਉਹ ਸਾਰੀ ਸਮਝ ਆ ਗਈ ਸੀ। ਤੇ ਮੈਕਸਿਮਮ ਕਿੰਨੀ ਕੁ ਸਟੇਟਮੈਂਟ ਹੋਣੀ ਚਾਹੀਦੀ ਵੀਜ਼ਾ ਅਪਲਾਈ ਕਰਨ ਲਈ? ਵੀਜ਼ਾ ਅਪਲਾਈ ਸਟੇਟਮੈਂਟ ਦੀ ਕੋਈ ਰਿਕੁਆਇਰ ਨਹੀਂ ਹੈ ਉਹਨਾਂ ਦੀ ਕਿ ਇੰਨੀ ਸਟੇਟਮੈਂਟ ਹੋਣੀ ਚਾਹੀਦੀ ਹੈ। ਤੁਹਾਡੀ ਜਿੰਨੀ ਸੈਲਰੀ ਪੈਂਦੀ ਉਹਦੇ ਮੁਤਾਬਕ ਹੋਣੀ ਚਾਹੀਦੀ। ਕਮ ਸੇ ਕਮ ਕਿੰਨੇ ਕੁ ਮਾਹ ਦੀ ਹੋਣੀ ਚਾਹੀਦੀ? 6 ਮਾਹ ਦੀ। ਯਾਨੀ ਕਿ ਵੀਜ਼ਾ ਅਪਲਾਈ ਕਰਨ ਤੋਂ 6 ਮਾਹ ਪਹਿਲਾਂ ਦੀ ਸਟੇਟਮੈਂਟ ਜ਼ਰੂਰ ਹੋਣੀ ਚਾਹੀਦੀ? ਜੀ ਬਿਲਕੁਲ ਜ਼ਰੂਰ ਹੋਣੀ ਚਾਹੀਦੀ ਤੇ ਹੋਣੀ ਇੰਗਲਿਸ਼ 'ਚ ਚਾਹੀਦੀ ਹੈ। ਅਗਰ ਇੰਗਲਿਸ਼ 'ਚ ਨਾ ਹੋਵੇ ਤਾਂ ਉਹਦੀ ਟਰਾਂਸਲੇਟ ਕਰਵਾਉਣੀ ਪੈਂਦੀ ਹੈ। ਠੀਕ ਹੈ। ਔਰ ਇਹਦੀ ਫੀਸ ਤਕਰੀਬਨ ਕਿੰਨੀ ਕਿ ਯੂਕੇ ਦੇ ਵੀਜ਼ੇ ਦੀ ਔਰ ਕੈਨੇਡਾ ਦੀ? ਯੂਕੇ ਦੀ ਵੀ ਜਿਹੜੀ ਹੈ ਨਾ ਉਹ ਫਿੰਗਰਾਂ ਸਮੇਤ ਜਿਹੜੀ ਉਹ 180 ਕੁ ਯੂਰੋ ਲੈਂਦੇ ਨੇ ਮੇਰੇ ਖਿਆਲ ਨਾਲ। ਤੇ ਕੈਨੇਡਾ? ਕੈਨੇਡਾ ਦੀ ਵੀ ਤਕਰੀਬਨ ਇੰਨੀ ਕੁ ਹੀ ਹੈ। ਤੇ ਇਹਦੇ ਵਾਸਤੇ ਪਾਸਪੋਰਟ ਕਿੰਨਾ ਕੁ ਵੈਲਿਡ ਹੋਣਾ ਚਾਹੀਦਾ? ਕਮ ਸੇ ਕਮ 6 ਮਹੀਨੇ ਤੋਂ ਉੱਤੇ। 6 ਮਹੀਨੇ ਦੇ ਉੱਤੇ ਪਾਸਪੋਰਟ ਵੈਲਿਡ ਹੋਏ ਤੇ ਫਿਰ ਵੀਜ਼ਾ ਅਪਲਾਈ ਕਰਨਾ। ਅੱਛਾ, ਉਸ ਤੋਂ ਬਾਅਦ ਪਾਕਿਸਤਾਨੀ ਜਿਹੜੇ ਇੱਥੇ ਯੂਨਾਨ ਦੇ ਅੰਦਰ ਨੇ, ਅਗਰ ਕਿਸੇ ਬੰਦੇ ਕੋਲ 3 ਸਾਲ ਦੇ ਪੇਪਰ ਨੇ, 3 ਸਾਲ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਜਾਂ 7 ਸਾਲ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਡਾਕੂਮੈਂਟਸ ਨੇ, ਇਹਦੇ ਵਾਸਤੇ ਤੇ ਕੋਈ ਉਹਨਾਂ ਦੀ ਲਿਮਿਟ ਨਹੀਂ ਹੈ ਕਿ ਕਿਹੜੇ ਪੇਪਰਾਂ 'ਤੇ ਬੰਦਾ ਵੀਜ਼ਾ ਅਪਲਾਈ ਕਰ ਸਕਦਾ, ਜਾਂ ਇਹਦੇ ਵਾਸਤੇ ਵੀ ਕੋਈ ਉਹਨਾਂ ਦੀ ਲਿਮਿਟ ਹੈ ਕਿ ਨਹੀਂ ਕਿਸੇ ਕੋਲ 7 ਸਾਲ ਦੇ ਹੋਣੇ ਚਾਹੀਦੇ ਜਾਂ ਆਦੇ ਭਾਰਾਮੂਨੀ ਵਗੈਰਾ ਹੋਣਾ ਚਾਹੀਦਾ? ਉਹ ਜਿਹੜੇ ਨੇ ਹੈਪੀ ਮੈਕਰੋਨ? ਨਹੀਂ ਇਹਦੇ ਵਾਸਤੇ ਕੋਈ ਇਸ਼ੂ ਨਹੀਂ ਕਿ ਤੁਹਾਡੇ ਕੋਲ ਕਿਹੜੀ ਇਮੀਗ੍ਰੇਸ਼ਨ ਹੈ। ਸਿਰਫ ਤੁਹਾਡੇ ਕੋਲ ਕਾਰਡ ਹੋਣਾ ਚਾਹੀਦੀ ਆ ਆਦੀਆ ਪਾਰਾਮੋਨੀ ਜਿਹੜਾ ਹੋਵੇ, ਵਿਓਸੀ ਨਹੀਂ ਹੋਣੀ ਚਾਹੀਦੀ। ਚਾਹੇ ਉਹ 3 ਸਾਲ ਇਮੀਗ੍ਰੇਸ਼ਨ ਦਾ ਜਾਂ ਚਾਹੇ 3 ਸਾਲ ਵਾਲਾ ਜਾਂ 7 ਸਾਲ ਵਾਲਾ ਜਾਂ 10 ਸਾਲ ਵਾਲਾ, ਜੋ ਵੀ ਕਾਰਡ ਹੋਣਾ ਚਾਹੀਦਾ। ਯਾਨੀ ਯੂਨਾਨ ਦੇ ਲੀਗਲ ਪੇਪਰਾਂ 'ਤੇ ਹੀ ਤੁਸੀਂ ਅਪਲਾਈ ਕਰ ਸਕਦੇ? ਹਾਂਜੀ ਬਿਲਕੁਲ। ਅੱਛਾ, ਇਸ ਤੋਂ ਇਲਾਵਾ ਜਦੋਂ ਤੁਸੀਂ ਯੂਕੇ ਗਏ ਹੋ, ਯੂਕੇ ਦੇ ਹਾਲਾਤ ਮਾਮਲਾ ਚਲੋ ਤੁਸੀਂ ਵੇਖੇ, ਤੁਸੀਂ ਫਿਰ ਤੁਰ ਕੇ ਆਏ ਹੋ, ਤੇ ਯੂਕੇ ਹਰ ਇੱਕ ਨਾਰਮਲ ਬੰਦਾ ਵੀ ਖਰਚਾ ਅਫੋਰਡ ਕਰ ਸਕਦਾ ਜਾਂ ਅੱਛੇ ਖਾਸੀ ਸੈਲਰੀ ਵਾਲਾ ਬੰਦਾ ਹੀ ਵਿਜ਼ਿਟ ਕਰ ਸਕਦਾ? ਨਹੀਂ ਨਾਰਮਲ ਹੀ, ਉੱਥੇ ਕੋਈ ਜ਼ਿਆਦਾ ਨਹੀਂ ਹੈ। ਹੋਟਲ ਵੀ ਤੁਸੀਂ ਨਾਰਮਲ ਵੀ ਮਿਲ ਜਾਂਦੇ ਨੇ। ਟਿਕਟ ਜਿਹੜੀ ਉਹ ਤਾਂ ਬਿਲਕੁਲ ਹੀ ਸਸਤੀ ਹੈ। ਤਕਰੀਬਨ ਤੁਹਾਨੂੰ ਰਿਟਰਨ ਜਿਹੜੀ ਹੈ 90 ਨਹੀਂ ਤੇ 100 ਯੂਰੋ, 120 ਯੂਰੋ ਤੱਕ ਲੱਭ ਜਾਂਦੀ ਹੈ ਰਿਟਰਨ। ਔਰ ਕੈਨੇਡਾ ਦੀ ਜਿਹੜੀ ਹੈ ਉਹ ਥੋੜ੍ਹੀ ਜਿਹੀ ਟਿਕਟ ਉਹ ਜਿੰਨੀ ਕੁ ਤੁਹਾਨੂੰ ਪਾਕਿਸਤਾਨ ਦੀ ਲੱਭਦੀ 700-800 ਯੂਰੋ ਦੀ, ਇੰਨੇ ਕੁ ਦੀ ਮਿਲੇਗੀ। ਔਰ ਉੱਥੇ ਅਖਰਾਜਾਤ? ਉੱਥੇ ਥੋੜ੍ਹੇ ਜਿਹੇ ਅਖਰਾਜਾਤ ਯੂਕੇ ਨਾਲ ਥੋੜ੍ਹੇ ਜ਼ਿਆਦਾ ਨੇ ਕੈਨੇਡਾ ਦੇ ਅੰਦਰ? ਜੀ ਬਿਲਕੁਲ। ਔਰ ਹੁਣ ਅਗਰ ਤੁਹਾਡਾ 10 ਸਾਲ ਦਾ ਵੀਜ਼ਾ ਸਟੈਂਪ ਹੋ ਗਿਆ ਤੇ ਇਸ ਤੋਂ ਬਾਅਦ ਜਿੰਨੇ ਵੀ ਪਾਕਿਸਤਾਨੀ ਵੀਰ ਭਰਾ ਨੇ, ਅਗਰ ਉਹ ਤੁਹਾਡੇ ਕੋਲੋਂ ਕੋਈ ਇਨਫੋਰਮੇਸ਼ਨ ਲੈਣਾ ਚਾਹਣ ਜਾਂ ਤੁਹਾਡੀ ਹੈਲਪ ਦੀ ਲੋੜ ਪਏ ਤਾਂ ਤੁਸੀਂ ਉਹਨਾਂ ਦੀ ਕਰੋਗੇ
ਜੀ ਬਿਲਕੁਲ ਫ੍ਰੀ ਕਾਸਟ ਕਰਾਂਦੇ ਉਹਨਾਂ ਦੀ। ਪੈਸੇ ਲੈ ਕੇ ਵੈਸੇ? ਨਹੀਂ ਨਹੀਂ, ਫ੍ਰੀ ਕਰਾਂਦੇ ਕਿ ਪੈਸੇ ਕਿਉਂ ਲੈਣੇ ਨੇ। ਕਿਸੇ ਟਾਈਮ ਵੀ ਫੋਨ ਕਰਕੇ ਕੋਈ ਵੀ ਪੁੱਛ ਸਕਦਾ ਵੇ, ਜੋ ਵੀ ਇਨਫੋਰਮੇਸ਼ਨ ਲੈਣੀ ਹੈ ਤੇ ਅਸੀਂ ਜ਼ਰੂਰ ਦਿਆਂਗੇ। ਔਰ ਤੁਸੀਂ ਕੋਈ ਵੀ ਤੁਹਾਡਾ ਸਵਾਲ ਹੋ ਰਿਹਾ ਤੁਸੀਂ ਕਮੈਂਟ ਸੈਕਸ਼ਨ ਦੱਸ ਸਕਦੇ ਹੋ, ਅਸੀਂ ਦੁਬਾਰਾ ਦੁਬਾਈ ਉਹਨਾਂ ਦਾ ਇੰਟਰਵਿਊ ਕਰ ਸਕਦੇ ਹਾਂ, ਕੋਈ ਐਸਾ ਮਸਲਾ ਨਹੀਂ। ਔਰ ਯੂਨਾਨ ਦੇ ਅੰਦਰ ਤੁਸੀਂ ਇੰਨਾ ਅਰਸਾ ਗੁਜ਼ਾਰ ਦਿੱਤਾ ਹੈ, ਤੇ ਯੂਨਾਨ ਦੇ ਅੰਦਰ ਪਾਕਿਸਤਾਨੀ ਕਮਿਊਨਿਟੀ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਉਹਨਾਂ ਸਾਰਿਆਂ ਨੂੰ ਵੀਜ਼ੇ ਅਪਲਾਈ ਕਰਨੇ ਚਾਹੀਦੇ ਨੇ, ਫਿਰਨਾ ਤੁਰਨਾ ਚਾਹੀਦਾ, ਜਾਂ ਬਸ ਇੱਥੇ ਹੀ ਪੈਸੇ ਗੇਂਦੇ ਰਹੀਏ ਸਾਰੇ ਬਹਿ ਕੇ? ਨਹੀਂ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜਿਹੜੇ ਕੰਮ ਲੱਗੇ ਨੇ, ਕਮਾਈ ਦੇ ਕਾਹਦੇ ਵਾਸਤੇ ਨੇ ਜੇ ਆਪਣੇ ਤੇ ਨਹੀਂ ਲਾਣੇ। ਤੇ ਕੁਝ ਨਹੀਂ ਹੁੰਦਾ ਜੇ ਅਗਰ 1 ਮਹੀਨੇ ਦੀ ਸੈਲਰੀ ਤੁਸੀਂ ਆਪਣੇ ਆਪ ਤੇ ਲਾ ਕੇ ਕਿਧਰੇ ਫਿਰ ਟੁਰ ਆਉਂਦੇ ਹੋ ਕੁਛ 2 ਸਾਲਾਂ 3 ਸਾਲਾਂ ਬਾਅਦ, ਤੇ ਉਹ ਕੋਈ ਐਡੀ ਇਸ਼ੂ ਵਾਲੀ ਗੱਲ ਨਹੀਂ ਹੈ। ਤੇ ਯੂਕੇ ਦੇ 'ਚ ਬਿਲਕੁਲ ਖਰਚਾ ਥੋੜ੍ਹਾ ਹੀ ਹੁੰਦਾ ਵੇ, ਉੱਥੇ ਤੁਸੀਂ ਈਜ਼ੀਲੀ ਜਾ ਸਕਦੇ ਹੋ। 100 ਯੂਰੋ ਦੀ ਟਿਕਟ ਆਉਂਦੀ ਹੈ, ਕੋਈ 100-150 ਦਾ ਹੋਟਲ ਬੁੱਕ ਹੋ ਜਾਏਗਾ, ਤੇ ਕੋਈ 200 ਯੂਰੋ ਤੁਸੀਂ ਉੱਥੇ ਖਾ ਆਵੋ, ਤੇ 400-500 ਯੂਰੋ 'ਚ ਤੁਸੀਂ ਯੂਕੇ ਦਾ ਟੂਰ ਕਰਕੇ ਆ ਸਕਦੇ ਹੋ। ਉਹ ਕੋਈ ਟੈਨਸ਼ਨ ਨਹੀਂ ਹੈ। ਅੱਛਾ, ਔਰ ਜਿਹੜੇ ਇੱਥੇ ਫੈਮਿਲੀ ਵਾਲੇ ਨੇ, ਜਿੰਨੇ ਵੀ ਪਾਕਿਸਤਾਨੀ ਨੇ ਜਾਂ ਬੰਗਾਲੀ ਇੰਡੀਅਨ ਜਿਹੜੇ ਨੇ, ਜਿਨ੍ਹਾਂ ਦੀ ਫੈਮਿਲੀਜ਼ ਇੱਥੇ ਨੇ, ਉਹ ਵੀ ਕਿਆ ਆਨਲਾਈਨ ਵੀਜ਼ੇ ਅਪਲਾਈ ਕਰ ਸਕਦੇ ਨੇ ਯੂਕੇ ਕੈਨੇਡਾ ਵਗੈਰਾ ਦਾ? ਜੀ ਬਿਲਕੁਲ, ਉਹ ਕਰਨ ਦੀ ਉਹਨਾਂ ਵਾਸਤੇ ਹੋਰ ਈਜ਼ੀ ਹੈ। ਫੈਮਿਲੀ ਨੂੰ ਤਾਂ ਉਹ ਜਲਦੀ ਦੇ ਸਕਦੇ ਨੇ। ਯਾਨੀ ਸਾਰਿਆਂ ਵਾਸਤੇ ਆਹੀ ਰਿਕੁਆਇਰਮੈਂਟ ਡਾਕੂਮੈਂਟਸ ਹੋਣਗੇ, ਫਾਰ ਐਗਜ਼ਾਮਪਲ ਮਾਲਕ ਦੇ ਪੇਪਰ? ਜੀ ਬਿਲਕੁਲ ਇਹੀ ਹੋਣ ਦੇ, ਲੇਕਿਨ ਫੈਮਿਲੀ ਵਾਸਤੇ ਥੋੜ੍ਹਾ ਜਿਹਾ ਹੁੰਦਾ ਹੈ ਕਿ ਉਹਨਾਂ ਤੁਹਾਡਾ ਬੈਕਗਰਾਉਂਡ ਵੇਖਣਾ ਹੁੰਦਾ ਹੈ ਕਿ ਵੀ ਕਿੰਨੀ ਇਹਦੀ ਸੈਲਰੀ ਹੈ, ਵੀ ਅਫੋਰਡ ਕਰ ਸਕਦਾ ਫੈਮਿਲੀ ਨੂੰ। ਵੀ ਇਕੱਲੇ ਬੰਦੇ ਨੇ ਜਿਹਨੇ ਕਰਨੀ ਹੈ ਉਹਦਾ ਹੋਰ ਹਿਸਾਬ ਹੈ। ਜਿਸ ਟਾਈਮ ਫੈਮਿਲੀ ਦੇ ਨਾਲ ਉਹਨਾਂ ਕਰਨੀ ਹੈ ਤਾਂ ਉਹਨਾਂ ਫਿਰ ਉਹਦੀ ਬੈਂਕ ਸਟੇਟਮੈਂਟ ਵੇਖਣੀ ਹੈ ਕਿ ਵਾਕਈ ਇਹਦੇ ਕੋਲ ਸਟਰੋਂਗ ਹੈ ਬੈਂਕ ਸਟੇਟਮੈਂਟ, ਕਿ ਵੀ ਇਹ ਟੂਰ ਕਰ ਸਕਦਾ, ਉੱਥੇ ਜਾ ਕੇ ਹਰਾਜਾਤ ਕਰ ਸਕਦਾ ਆਪਣੇ ਕਿ ਨਹੀਂ ਕਰ ਸਕਦਾ।